ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਪੰਜਾਬੀ ਐਜੂਕੇਸ਼ਨ ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਜੇਕਰ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ। ਤੇ ਅਸੀਂ ਕਰ ਰਹੇ ਸੀ ਮਾਸਟਰਕਾਰਡ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਉੱਤਰ। ਅੱਜ ਸਾਡਾ ਪਹਿਲਾ ਪ੍ਰਸ਼ਨ ਹੈ 207 ਨੰਬਰ। ਕੁੱਤਾ ਭੌਂਕਦਾ ਹੈ ਵਾਕ ਵਿੱਚ ਉਦੇਸ਼ ਹੈ। ਕੁੱਤਾ ਭੌਂਕਦਾ ਹੈ ਜਾਂ ਇਹ ਸਾਰੇ ਹੀ। ਕੋਈ ਵੀ ਜਦੋਂ ਵਾਕ ਹੁੰਦਾ ਉਹਦੇ ਦੋ ਹਿੱਸੇ ਹੁੰਦੇ ਆ, ਇੱਕ ਹੁੰਦਾ ਉਦੇਸ਼ ਤੇ ਦੂਸਰਾ ਹੁੰਦਾ ਵਿਧੇ। ਇੱਥੇ ਪੁੱਛਿਆ ਉਦੇਸ਼ ਕਿਹੜਾ ਹੈ ਇਸ ਦੇ ਵਿੱਚ, ਤਾਂ ਕੁੱਤਾ ਇਸ ਦੇ ਵਾਕ ਦੇ ਵਿੱਚ ਕੀ ਆ, ਉਦੇਸ਼। ਦੁੱਤ ਵਿਅੰਜਨਾਂ ਦੇ ਉਚਾਰਨ ਸਮੇਂ ਧੁਨੀ ਦਾ ਉਚਾਰਨ ਬਿਨਾਂ ਰੋਕਦੇ ਕੀਤਾ ਜਾਂਦਾ ਹੈ। ਧੁਨੀ ਦੇ ਉਚਾਰਨ ਨੂੰ ਰੋਕ ਕੇ ਲਮਕਾਇਆ ਜਾਂਦਾ ਹੈ। ਪੌਣ ਧਾਰਾ ਦਾ ਵਹਾਅ ਬਿਨਾਂ ਰੋਕਦੇ ਕੀਤਾ ਜਾਂਦਾ ਹੈ ਜਾਂ ਇਹ ਸਾਰੇ ਹੀ ਠੀਕ ਨੇ। ਦੁੱਤ ਵਿਅੰਜਨ ਹੁੰਦਾ ਕੀ ਹੈ, ਜਦੋਂ ਦੋ ਵਿਅੰਜਨਾਂ ਦਾ ਦੋ ਅੱਖਰਾਂ ਨੂੰ ਮਤਲਬ ਸੁਮੇਲ ਤੋਂ ਕੋਈ ਇੱਕ ਸ਼ਬਦ ਬਣਦਾ ਹੈ ਤਾਂ ਉਸ ਨੂੰ ਕਹਿੰਦੇ ਨੇ ਦੁੱਤ ਵਿਅੰਜਨ। ਜਿਵੇਂ ਪ੍ਰੀਤਮ ਹੋ ਗਿਆ, ਇਸ ਤਰ੍ਹਾਂ ਦੇ ਹੋਰ ਸ਼ਬਦ, ਸਵੈ, ਆਪਾਂ ਐਵੇਂ ਲਿਖਦੇ ਹਾਂ। ਜੇ ਐਵੇਂ ਲਿਖਾਂਗੇ ਫਿਰ ਇਹ ਕੀ ਆ, ਦੁੱਤ ਵਿਅੰਜਨ। ਤੇ ਜਿਹੜੇ ਦੁੱਤ ਵਿਅੰਜਨਾਂ ਦਾ ਉਚਾਰਨ ਹੁੰਦਾ ਉਹ ਕਿਵੇਂ ਹੁੰਦਾ, ਧੁਨੀ ਦੇ ਉਚਾਰਨ ਨੂੰ ਰੋਕ ਕੇ ਲਮਕਾਇਆ ਜਾਂਦਾ ਹੈ। ਪੰਜਾਬੀ ਵਿੱਚ ਕਿੰਨੇ ਲਘੂ ਸਵਰ ਹਨ? 3, 7, 10 ਜਾਂ 6? ਪੰਜਾਬੀ ਦੇ ਵਿੱਚ ਜਿਹੜੀਆਂ ਕੁੱਲ ਸਵਰ ਧੁਨੀਆਂ ਨੇ ਉਹ ਕਿੰਨੀਆਂ ਨੇ? 10। ਤੇ ਲਘੂ ਸਵਰ ਕਿੰਨੇ ਇਹਨਾਂ ਵਿੱਚ? ਲਘੂ ਸਵਰ ਨੇ 3। ਕਿਹੜੇ ਕਿਹੜੇ ਆ? ਇਹ ਤਿੰਨੋਂ ਕੀ ਆ, ਲਘੂ ਸਵਰ। ਪੰਜਾਬੀ ਵਿੱਚ ਦੀਰਘ ਸਵਰ ਕਿੰਨੇ ਹਨ? 3, 7, 3 ਜਾਂ 6? ਜਿਹੜੀ ਪੰਜਾਬੀ ਦੇ ਵਿੱਚ ਕੁੱਲ ਸਵਰ ਧੁਨੀਆਂ ਉਹ ਕਿੰਨੀਆਂ ਨੇ? 10। ਤੇ ਉਹਨਾਂ ਵਿੱਚੋਂ 3 ਹੋ ਗਏ ਲਘੂ ਸਵਰ, ਫਿਰ ਕਿੰਨੇ ਰਹਿ ਗਏ? 7। ਇਹ ਕੀ ਹੋ ਗਏ? ਦੀਰਘ ਸਵਰ। ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥ ਰਹਿਤ ਇਕਾਈ ਹੈ। ਧੁਨੀਆਂ, ਭਾਵੰਸ਼, ਉਪਵਾਕ ਜਾਂ ਵਾਕੰਸ਼? ਭਾਸ਼ਾ ਦੀ ਜੇਕਰ ਛੋਟੀ ਤੋਂ ਛੋਟੀ ਅਰਥ ਰਹਿਤ ਇਕਾਈ ਪੁੱਛੀ ਆ ਫਿਰ ਹੈਗੀ ਆ ਧੁਨੀ। ਜੇਕਰ ਇੱਥੇ ਪ੍ਰਸ਼ਨ ਹੁੰਦਾ ਕਿ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥ ਯੁਕਤ ਇਕਾਈ, ਫਿਰ ਇਹਦਾ ਉੱਤਰ ਹੋਣਾ ਸੀ ਭਾਵੰਸ਼। ਤੇ ਭਾਵੰਸ਼ ਦੇ ਵੀ ਅੱਗੋਂ ਦੋ ਹਿੱਸੇ ਹੋ ਜਾਂਦੇ ਆ, ਇੱਕ ਹੋ ਜਾਂਦਾ ਸਾਰਥਕ, ਦੂਸਰਾ ਹੋ ਜਾਂਦਾ ਨਿਰਾਰਥਕ। ਜਿਵੇਂ ਆਪਾਂ ਇੱਥੇ ਇੱਕ ਸ਼ਬਦ ਲਿਖਦੇ ਹਾਂ ਬੇਅਕਲ, ਤੇ ਜੇ ਇਹਨਾਂ ਦੋਨਾਂ ਨੂੰ ਅਲੱਗ ਕਰਾਂਗੇ ਜਿਵੇਂ ਅਕਲ, ਇਹ ਫਿਰ ਕੀ ਹੋ ਗਿਆ? ਸਾਰਥਕ। ਮਤਲਬ ਬੇ ਇਹਦੇ ਨਾਲ ਆਪਾਂ ਅਲੱਗ ਕਰ ਦਿੰਦੇ ਹਾਂ ਤਾਂ ਫਿਰ ਵੀ ਇਹਦਾ ਕੀ ਆ, ਅਰਥ ਰਹਿੰਦਾ ਹੈ। ਇਹ ਸਾਰਥਕ ਹੋ ਗਿਆ ਤੇ ਬੇ ਕੀ ਹੋ ਗਿਆ? ਨਿਰਾਰਥਕ, ਜਿਸ ਦਾ ਇਕੱਲੇ ਦਾ ਕੋਈ ਅਰਥ ਨਹੀਂ ਹੈ। ਚਿੱਚਾ, ਛਿੱਛਾ ਤੇ ਜਿੱਜਾ ਵਿਅੰਜਨ ਹਨ। ਤਾਲਵੀ, ਕੰਠੀ, ਹੋਠੀ ਜਾਂ ਦੰਤੀ? ਜਿਹੜੇ ਤਿੰਨੇ ਵਿਅੰਜਨ ਆ ਇਹ ਕਿਹੜੇ ਆ? ਤਾਲਵੀ ਵਿਅੰਜਨ। ਵਾਕੰਸ਼ ਇਕਾਈ ਹੈ ਉਪਵਾਕ ਤੋਂ ਵੱਡੀ, ਵਾਕ ਤੋਂ ਵੱਡੀ, ਸ਼ਬਦ ਤੋਂ ਵੱਡੀ ਜਾਂ ਉਪਵਾਕ ਤੋਂ ਛੋਟੀ? ਜਿਹੜੀ ਵਾਕੰਸ਼ ਆ ਇਹ ਕੀ ਆ? ਸ਼ਬਦ ਤੋਂ ਵੱਡੀ ਤੇ ਉਪਵਾਕ ਤੋਂ ਛੋਟੀ। ਇਹ ਦੋਨੋਂ ਆਪਸ਼ਨ ਹੀ ਸਹੀ ਹੋਣਗੀਆਂ, ਸ਼ਬਦ ਤੋਂ ਵੱਡੀ ਤੇ ਉਪਵਾਕ ਤੋਂ ਛੋਟੀ। ਸਭ ਤੋਂ ਪਹਿਲਾਂ ਕੀ ਆ ਜਾਂਦਾ? ਸ਼ਬਦ,
फिर वाकंश, उस तो बाद उपवाक, फिर वाक। वाक विच जिस बारे गल कीती जाती है उस नूं कहंदे हन विधे, उदेश, कर्म जां इन्हां विचों कोई भी नहीं। ਆਪਾਂ ਹੁਣੇ ਗੱਲ ਕੀਤੀ ਸੀ ਕਿ ਵਾਕ ਦੇ ਦੋ ਹਿੱਸੇ ਹੁੰਦੇ ਆ, ਇੱਕ ਉਦੇਸ਼ ਤੇ ਦੂਸਰਾ ਵਿਧੇ। ਤੇ ਜਿਸ ਦੇ ਬਾਰੇ ਗੱਲ ਕੀਤੀ ਜਾਵੇ ਫਿਰ ਉਹ ਕੀ ਹੁੰਦਾ? ਉਦੇਸ਼। ਜਿਸ ਦੇ ਬਾਰੇ ਕੀਤੀ ਜਾਵੇ ਉਹ ਤਾਂ ਹੋ ਗਿਆ ਉਦੇਸ਼, ਤੇ ਉਸ ਦੇ ਬਾਰੇ ਕੀ ਗੱਲ ਕੀਤੀ ਗਈ ਹੈ ਫਿਰ ਉਹ ਕੀ ਹੋ ਜਾਂਦਾ? ਵਿਧੇ। ਜਿਵੇਂ ਕਿ ਕੁੜੀ ਪੜ੍ਹਦੀ ਹੈ, ਕੁੜੀ ਕੀ ਹੋ ਗਿਆ? ਉਦੇਸ਼। ਇਸ ਦੇ ਬਾਰੇ ਗੱਲ ਕੀਤੀ ਆ ਤੇ ਕੀ ਗੱਲ ਕੀਤੀ ਹੈ ਕਿ ਉਹ ਪੜ੍ਹਦੀ ਹੈ, ਫਿਰ ਇਹ ਕੀ ਹੋ ਜਾਊਗਾ? ਵਿਧੇ। ਉਦੇਸ਼ ਨੂੰ ਛੱਡ ਕੇ ਵਾਕ ਦਾ ਬਾਕੀ ਹਿੱਸਾ ਕੀ ਹੁੰਦਾ? ਕਰਤਾ, ਵਿਅੰਜਨ, ਵਿਧੇ ਜਾਂ ਉਦੇਸ਼। ਇਹ ਦੋ ਤਿੰਨ ਪ੍ਰਸ਼ਨ ਇੱਕੋ ਜਿਹੇ ਤਾਂ ਪਾਏ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜੇ ਕਿ ਉਦੇਸ਼ ਕਿਹੜਾ ਹੁੰਦਾ ਤੇ ਵਿਧੇ ਕਿਹੜਾ ਹੁੰਦਾ। ਉਦੇਸ਼ ਨੂੰ ਛੱਡ ਕੇ ਬਾਕੀ ਹਿੱਸਾ ਫਿਰ ਕਿਹੜਾ ਹੁੰਦਾ? ਵਿਧੇ। ਇਹ ਸੀ ਸਾਡੇ ਅੱਜ ਦੇ ਪ੍ਰਸ਼ਨ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ, ਕਮੈਂਟ ਕਰਨਾ, ਨਾਲ ਹੀ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ। ਥੈਂਕ ਯੂ।